सत श्री अकाल दोस्तों, सुखमई इमीग्रेशन सर्विसेज ब्रैम्पटन कैनेडा तो मैं सतविंदर भाटिया थोड़ा इस वीडियो स्वागत करना वा। मैं रेगुलेटेड एंड लाइसेंस्ड कैनेडियन इमीग्रेशन कंसलटेंट हाँ। अज का वीडियो बहुत ही स्पैशल है, प्लीज़ एंड तक जरूर देखो और खासकर उन्होंने लोगों वास्ते स्पैशल है जिन्हों को कैनेडा का विजिटर वीज़ा है। अज का वीडियो क्यों स्पैशल है ਤੁਹਾਡੇ ਨਾਲ ਹੁਣੇ ਸ਼ੇਅਰ ਕਰਨੇ ਆ। ਉਸ ਤੋਂ ਪਹਿਲਾਂ ਰਿਕੁਐਸਟ ਹੈ, ਜੇ ਤੁਸੀਂ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਇਸ ਚੈਨਲ ਤੇ ਬਹੁਤ ਸਾਰੀਆਂ ਅਸੀਂ ਕੈਨੇਡੀਅਨ ਨਿਊਜ਼ ਅਪਡੇਟ ਟਿਪਸ ਟ੍ਰਿਕਸ ਤੁਹਾਡੇ ਨਾਲ ਸ਼ੇਅਰ ਕਰਨੇ ਆ। ਸੋ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਜੇ ਤੁਹਾਨੂੰ ਵੀਡੀਓ ਪਸੰਦ ਆਏ ਲਾਈਕ ਕਰੋ, ਸ਼ੇਅਰ ਕਰੋ ਆਪਣੇ ਫਰੈਂਡਸ ਔਰ ਫੈਮਲੀਜ਼ ਨਾਲ। ਸੋ ਬਿਨਾਂ ਹੋਰ ਦੇਰ ਕੀਤੇ ਹੋਇਆਂ ਸ਼ੁਰੂ ਕਰਨੇ ਆ ਅੱਜ ਦਾ ਵੀਡੀਓ। ਸੋ ਅੱਜ ਦਾ ਵੀਡੀਓ ਹੈਗਾ ਕਨਵਰਟ your visitor visa to work permit। ਤੁਹਾਡੇ ਕੋਲ ਵਿਜ਼ਟਰ ਵੀਜ਼ਾ ਹੈਗਾ ਕੈਨੇਡਾ ਦਾ ਤੇ ਕਿਸ ਤਰ੍ਹਾਂ ਤੁਸੀਂ ਉਹ ਵਿਜ਼ਟਰ ਵੀਜ਼ਾ ਨੂੰ ਵਰਕ ਪਰਮਿਟ 'ਚ ਬਦਲ ਸਕਦੇ ਹੋ। ਸੋ ਦੇਖਦੇ ਹਾਂ ਕੈਨੇਡਾ ਦਾ ਵਿਜ਼ਟਰ ਵੀਜ਼ਾ ਕਿਸੇ ਵੀ ਤਰੀਕੇ ਨਾਲ ਤੁਹਾਡੇ ਕੋਲ ਆਇਆ ਹੈ, ਚਾਹੇ ਉਹ ਵਿਜ਼ਟਰ ਵੀਜ਼ਾ ਨੂੰ ਵੈਸੇ ਬਾਏ ਦਾ ਵੇ ਵਿਜ਼ਟਰ ਵੀਜ਼ਾ ਇੱਕ नेटिव लैंग्वेज ਅਸੀਂ ਕਹਿੰਦੇ ਆ, ਪ੍ਰੋਪਰ ਟੈਕਨੀਕਲ ਵਰਡ ਜਿਹੜਾ ਹੈਗਾ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਹੈਗਾ, TRV ਕਹਿੰਦੇ ਆ। ਸੋ ਇਹ ਉਹਦਾ ਐਕਚੁਅਲ ਹੈ, ਲੇਕਿਨ ਅਸੀਂ ਉਹਨੂੰ ਵਿਜ਼ਟਰ ਵੀਜ਼ਾ ਤੋਂ ਨਾਂ ਦਿੱਤਾ ਹੋਇਆ ਹੈ। ਸੋ ਵਿਜ਼ਟਰ ਵੀਜ਼ਾ ਕੈਨੇਡਾ ਦਾ ਜੇ ਤੁਹਾਡੇ ਕੋਲ ਹੈਗਾ ਕਿਸੇ ਵੀ ਤਰੀਕੇ ਨਾਲ ਲਿੱਤਾ ਹੋਇਆ, ਚਾਹੇ ਤੁਸੀਂ ਫੈਮਿਲੀ ਤੋਂ ਵਿਜ਼ਿਟ ਕਰਨ ਵਾਸਤੇ ਲਿੱਤਾ ਹੈ ਜਾਂ ਆਪਣੇ ਦੋਸਤਾਂ ਨੂੰ ਵਿਜ਼ਿਟ ਕਰਨ ਵਾਸਤੇ ਲਿੱਤਾ ਹੋਇਆ ਹੈ, ਜਾਂ ਤੁਸੀਂ हो सकता है किसी जगह घूमन वास्ते, कैनेडा घूमन वास्ते एक बहुत अच्छी डेस्टिनेशन है, तुसी उहदे वास्ते विजिटर वीज़ा लिता है, हॉलीडेज वास्ते लिता होया है, या फिर तुसी हो सकता है कि तुसी कोई बिजनेस रिलेटेड टूर करना होवे उहदे वास्ते तुहाडे कोल विजिटर वीज़ा होवे कैनेडा दा वैलिड विजिटर वीज़ा होवे, या फिर हो सकता है किसी तुसी ट्रेड शो च पार्टिसिपेट करना होवे उहदे वास्ते तुहाडे कोल विजिटर वीज़ा होवे। किसी भी तरीके नाल जे तुहाडे कोल कैनेडा दा विजिटर वीज़ा हैगा ते इह वीडियो तुहाडे वास्ते बेशकीमती है। ਕੀ ਹੈ ਅੱਗੇ ਦੇਖਦੇ ਹਾਂ। ਹੁਣ ਤੁਸੀਂ ਕਿਸ ਤਰ੍ਹਾਂ ਕਰਨਾ ਹੈਗਾ ਕਿ ਜੇ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਕੈਨੇਡਾ ਦਾ ਹੈਗਾ, ਤੁਸੀਂ ਇਹਨੂੰ ਕਨਵਰਟ ਕਰਾ ਸਕਦੇ ਹੋ ਕਿਹਦੇ ਵਿੱਚ, ਵਰਕ ਪਰਮਿਟ 'ਚ। ਹੁਣ ਤੁਹਾਡਾ ਇੱਕ ਸਵਾਲ ਜ਼ਰੂਰ ਆਏਗਾ ਵੀ ਕਨਵਰਟ ਕਿਉਂ ਕਰਾਉਣਾ ਹੈ, ਆਪਾਂ ਵਿਜ਼ਟਰ ਵੀਜ਼ਾ ਸਾਡੇ ਕੋਲ ਹੈਗਾ, ਵਿਜ਼ਟਰ ਵੀਜ਼ਾ ਹੀ ਠੀਕ ਹੈ। ਹੁਣ ਤੁਸੀਂ ਖੁਦ ਅਗਲੀ ਚੀਜ਼ ਤੇ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਾ ਲਓਗੇ ਕਿ ਕਨਵਰਟ ਵਿਜ਼ਟਰ ਵੀਜ਼ਾ ਨੂੰ ਵਰਕ ਪਰਮਿਟ 'ਚ ਕਰਵਾਉਣ ਦੇ ਫਾਇਦੇ ਕੀ ਨੇ, ਉਹ ਦੇਖਣੇ ਆ। ਸੋ ਜਦੋਂ ਅਸੀਂ ਵਿਜ਼ਟਰ ਵੀਜ਼ਾ ਨੂੰ ਵਰਕ ਪਰਮਿਟ 'ਚ ਕਨਵਰਟ ਕਰਾਉਂਦੇ ਹਾਂ, ਸਭ ਤੋਂ ਪਹਿਲਾਂ ਤੁਸੀਂ ਕੈਨੇਡਾ ਦੇ ਵਿੱਚ ਲੀਗਲੀ, ਮੈਂ ਵਰਡ ਲੀਗਲੀ ਕਹਿ ਰਿਹਾ, ਲੀਗਲੀ ਦਾ ਮਤਲਬ ਹੈ ਬਿਨਾਂ ਡਰੇ, ਬਿਨਾਂ ਕਿਸੇ ਕਿਸਮ ਦੇ ਡਰ ਤੋਂ, ਕਿਸੇ ਕਿਸਮ ਦੇ ਭੈ ਤੋਂ ਤੁਸੀਂ ਕੈਨੇਡਾ 'ਚ ਲੀਗਲੀ ਕੰਮ ਕਰ ਸਕਦੇ ਹੋ। ਉਹ ਵੀ 40 ਆਵਰਸ ਪਰ ਵੀਕ ਤੁਸੀਂ ਕੈਨੇਡਾ ਦੇ ਵਿੱਚ ਕੰਮ ਕਰ ਸਕਦੇ ਹੋ, ਪੂਰਾ ਪ੍ਰੋਪਰ ਕੰਮ ਕਰ ਸਕਦੇ ਹੋ। ਸੋ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਕੰਮ ਕਰਕੇ ਤੁਸੀਂ ਪੈਸੇ ਕਮਾ ਸਕਦੇ ਹੋ ਕੈਨੇਡਾ ਦੇ ਵਿੱਚ। ਸੋ ਜੋ ਕਿ ਤੁਸੀਂ ਵਿਜ਼ਟਰ ਵੀਜ਼ਾ ਤੇ ਨਹੀਂ ਕਰ ਸਕਦੇ, ਔਰ ਕੁਝ ਲੋਕ ਅਗਰ ਕਰਦੇ ਨੇ ਵਿਜ਼ਟਰ ਵੀਜ਼ਾ ਤੇ ਉਹ ਗਲਤ ਹੈ। ਅਗਰ ਰਿਪੋਰਟ ਹੋ ਜਾਏਗਾ ਤੇ ਤੁਸੀਂ ਕੀ ਹੋਵੋਗੇ, ਰਿਪੋਰਟ ਹੋਏਗਾ ਤੇ ਤੁਸੀਂ ਡਿਪੋਰਟ ਹੋ ਜਾਓਗੇ। ਸੋ ਧਿਆਨ ਰੱਖੋ ਤੇ ਤੁਸੀਂ ਲੀਗਲੀ ਕੰਮ ਕਰ ਸਕਦੇ ਹੋ ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਭੈ ਦੇ ਤੁਸੀਂ ਲੀਗਲੀ ਕੰਮ ਕਰ ਸਕਦੇ ਹੋ। ਸਭ ਤੋਂ ਪਹਿਲੀ ਚੀਜ਼। ਦੂਜੀ ਚੀਜ਼, ਤੁਸੀਂ ਅਪਲਾਈ ਕਰ ਸਕਦੇ ਹੋ ਕਿਹਦੇ ਵਾਸਤੇ, PR ਵਾਸਤੇ। ਤੀਜੀ, ਜਦੋਂ ਤੁਸੀਂ PR ਵਾਸਤੇ ਅਪਲਾਈ ਕਰੋਗੇ ਤੁਹਾਡਾ ਇੱਕ ਪਾਥਵੇ ਖੁੱਲ ਜਾਏਗਾ ਸਿਟੀਜ਼ਨਸ਼ਿਪ ਦਾ। ਸੋ ਦੋਨੋਂ ਚੀਜ਼ਾਂ ਨੇ, PR ਵਾਸਤੇ ਵੀ ਔਰ ਇਵੈਂਚੁਅਲੀ ਕੈਨੇਡੀਅਨ ਸਿਟੀਜ਼ਨਸ਼ਿਪ ਵਾਸਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋਗੇ। ਇਹਦੇ ਇਲਾਵਾ ਜਦੋਂ ਤੁਹਾਡੇ ਕੋਲ ਵਰਕ ਪਰਮਿਟ ਹੋਏਗਾ, ਤੁਸੀਂ ਕੰਮ ਕਰੋਗੇ ਤੇ ਤੁਹਾਨੂੰ ਵੈਲਿਊਬਲ ਕੀ ਮਿਲੇਗਾ, ਵੈਲਿਊਬਲ ਮਿਲੇਗਾ ਕੈਨੇਡੀਅਨ ਵਰਕ ਐਕਸਪੀਰੀਅੰਸ। ਸੋ ਉਹ ਵੀ ਤੁਹਾਨੂੰ ਨਾਲ ਮਿਲੇਗਾ। ਅੱਛਾ, ਤੁਹਾਡੇ ਕੋਲ ਵਰਕ ਵੀਜ਼ਾ ਹੋਏਗਾ ਤੇ ਸਪੋਜ਼ ਯੂ ਆਰ ਮੈਰਿਡ, ਰਾਈਟ, ਤੇ ਤੁਹਾਡੇ ਕੋਲ ਵਰਕ ਵੀਜ਼ਾ ਹੈਗਾ ਤੇ ਤੁਹਾਡੀ ਵਾਈਫ ਨੂੰ, ਤੁਹਾਡੇ ਸਪਾਊਸ ਨੂੰ ਕੀ ਮਿਲੇਗਾ, ਉਹਨਾਂ ਨੂੰ ਮਿਲੇਗਾ ਵਰਕ ਪਰਮਿਟ, ਉਹ ਵੀ ਓਪਨ ਵਰਕ ਪਰਮਿਟ ਤੇ ਸਪਾਊਸਲ ਓਪਨ ਵਰਕ ਪਰਮਿਟ, SOWP। ਮੇਰਾ ਇਸ ਤੇ ਕੰਪਲੀਟ ਵੀਡੀਓ ਹੈ, ਤੁਸੀਂ ਜੇ ਨਹੀਂ ਦੇਖਿਆ ਤਾਂ ਯੂ ਕੈਨ ਗੋ ਐਂਡ ਸੀ ਦੈਟ ਵੀਡੀਓ। ਸੋ SOWP ਤੁਹਾਡੀ ਵਾਈਫ ਨੂੰ ਜਾਂ ਤੁਹਾਡੀ ਸਪਾਊਸ ਨੂੰ, ਉਹਨਾਂ ਨੂੰ ਤੁਹਾਡੇ ਵਰਕ ਪਰਮਿਟ ਦੇ ਬੇਸ ਤੇ ਉਹਨਾਂ ਨੂੰ ਮਿਲ ਜਾਏਗਾ, ਯਾਨੀ ਕਿ ਉਹ ਵੀ ਪੂਰਾ ਕੰਮ ਕਰ ਸਕਦੇ ਨੇ ਔਰ ਉਹਨਾਂ ਦਾ ਜਿਹੜਾ ਵਰਕ ਪਰਮਿਟ ਹੋਏਗਾ ਓਪਨ ਹੋਏਗਾ, ਕਿਸੇ ਵੀ EMPLOYER ਕੋਲ ਕੰਮ ਕਰ ਸਕਦੇ ਨੇ। ਸੋ ਤੁਸੀਂ ਖੁਦ ਸੋਚ ਸਕਦੇ ਹੋ, ਤੁਸੀਂ ਦੋਹੇ ਜਣੇ ਕੰਮ ਕਰ ਸਕਦੇ ਹੋ। ਅੱਛਾ, ਇਹਦੇ ਇਲਾਵਾ ਜਿਹੜੀ ਚੀਜ਼ ਹੈਗੀ ਹੈ, ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਉਹਨਾਂ ਦੇ ਕੋਲ ਓਪਨ ਵਰਕ ਪਰਮਿਟ ਹੋਏਗਾ, ਉਹਦੇ ਇਲਾਵਾ ਜਿਹੜੀ ਚੀਜ਼ ਹੈਗੀ ਹੈ ਕਿ ਕਿਸੇ ਵੀ EMPLOYER ਕੋਲ ਕੰਮ ਕਰ ਸਕਦੇ ਨੇ। ਇੱਕ ਹੋਰ ਇੰਪੋਰਟੈਂਟ ਚੀਜ਼ ਹੈ, ਜੇ ਤੁਹਾਡੇ ਬੱਚੇ ਵੀ ਨੇ ਨਾਲ ਤੇ ਬੱਚਿਆਂ ਨੂੰ ਕੀ ਮਿਲੇਗਾ, ਸਟੱਡੀ ਪਰਮਿਟ।
ਸੋ ਬੱਚਿਆਂ ਵਾਸਤੇ ਵੀ ਕੈਨੇਡੀਅਨ ਐਜੂਕੇਸ਼ਨ ਦਾ ਰਸਤਾ ਖੁੱਲ ਜਾਏਗਾ। ਅੱਛਾ, ਇੱਕ ਹੋਰ ਨਾਲ ਚੀਜ਼ ਹੈਗੀ ਏ ਕਿ ਤੁਸੀਂ ਜਦੋਂ ਡਿਡਕਸ਼ਨਸ ਹੁੰਦੀਆਂ ਨੇ, ਜਦੋਂ ਪੇ ਦਿੱਤੀ ਜਾਂਦੀ ਏ ਉਹਦੇ ਵਿੱਚ ਡਿਡਕਸ਼ਨਸ ਹੁੰਦੀਆਂ ਨੇ, ਜਿਵੇਂ CPP ਹੁੰਦਾ ਜਿਹਨੂੰ ਕੈਨੇਡਾ ਪੈਨਸ਼ਨ ਪਲਾਨ ਕਹਿੰਦੇ ਨੇ, EI ਹੁੰਦਾ ਹੈ, ਇੰਪਲੋਇਮੈਂਟ ਇੰਸ਼ੋਰੈਂਸ ਹੁੰਦੀ ਹੈ, ਰਾਈਟ, ਵਰਕ ਪਲੇਸ ਇੰਸ਼ੋਰੈਂਸ। ਕਈ ਸਾਰੇ ਐਸੇ ਵਰਕ ਪਲੇਸਿਸ ਨੇ ਜਿੱਥੇ ਕਿ ਇੰਪਲੋਇਰ ਦੀ ਤਰਫੋਂ ਇੰਸ਼ੋਰੈਂਸ ਦਿੱਤੀ ਜਾਂਦੀ ਹੈ ਤੇ ਉਹ ਇੰਸ਼ੋਰੈਂਸ ਵੀ ਤੁਹਾਨੂੰ ਮਿਲੇਗੀ। ਅੱਛਾ, ਕਈ ਪ੍ਰੋਵਿੰਸਿਸ ਨੇ, ਔਰ ਕਿਉਂਕਿ ਇਹ ਪ੍ਰੋਵਿੰਸ ਟੂ ਪ੍ਰੋਵਿੰਸ ਹੈਲਥ ਪਾਲਿਸੀ ਹੁੰਦੀ ਹੈਗੀ ਹੈ ਤੇ ਪ੍ਰੋਵਿੰਸ ਟੂ ਪ੍ਰੋਵਿੰਸ ਕਈ ਪ੍ਰੋਵਿੰਸਿਸ ਜਿਹੜੇ ਨੇ, ਅਗਰ ਤੁਹਾਡੇ ਕੋਲ ਵਰਕ ਪਰਮਿਟ ਹੈ ਤੇ ਵਰਕ ਪਰਮਿਟ ਵਾਲਿਆਂ ਨੂੰ ਜਿਹੜਾ ਹੈਗਾ ਉਹ ਹੈਲਥ ਕਾਰਡ ਵੀ ਦਿੰਦੇ ਨੇ, ਤੁਸੀਂ ਤੁਹਾਡਾ ਹੈਲਥ ਵੀ ਕਵਰਡ ਹੋ ਗਿਆ। ਤੁਸੀਂ ਬੈਨੀਫਿਟ ਦੇਖੋ ਕਿੰਨੇ ਜ਼ਬਰਦਸਤ ਬੈਨੀਫਿਟ ਨੇ ਅਗਰ ਤੁਸੀਂ ਵਿਜ਼ਟਰ ਵੀਜ਼ਾ ਨੂੰ ਕਨਵਰਟ ਕਰਾ ਕੇ ਵਰਕ ਪਰਮਿਟ ਤੇ ਆ ਜਾਂਦੇ ਹੋ ਤੇ। ਸੋ ਇਹ ਤੇ ਹੋਈ ਗੱਲ ਵਿਜ਼ਟਰ ਵੀਜ਼ਾ ਔਰ ਵਰਕ ਪਰਮਿਟ ਦਾ ਕਨਵਰਜਨ ਦੀ। ਹੁਣ ਅੱਜ ਅਸੀਂ ਕਿਉਂ ਗੱਲ ਕਰ ਰਹੇ ਹਾਂ, ਇਹ ਬੜਾ ਇੰਪੋਰਟੈਂਟ ਸਵਾਲ ਹੈ। ਸੋ ਹੋਇਆ ਕੀ ਹੈ ਕਿ ਪਬਲਿਕ ਪਾਲਿਸੀ, ਮੈਂ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ ਕਿ ਕਈ ਵਾਰ ਗਵਰਨਮੈਂਟ ਜਿਹੜੀ ਹੈਗੀ ਹੈ, ਇੱਕ ਤੇ ਹੁੰਦੇ ਨੇ ਰੂਲਸ, ਉਹਨਾਂ ਦੀ ਅਮੈਂਡਮੈਂਟ, ਇੱਕ ਹੁੰਦੀਆਂ ਨੇ ਪਬਲਿਕ ਪਾਲਿਸੀਜ਼। ਪਬਲਿਕ ਪਾਲਿਸੀਜ਼ ਕੀ ਹੁੰਦੀਆਂ ਨੇ, ਉਹਦੇ ਵਾਸਤੇ ਕੋਈ ਐਸੇ ਰੂਲਸ ਜਾਂ ਅਮੈਂਡਮੈਂਟ ਨਹੀਂ ਹੈਗੇ। ਉਹਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਪਾਲਿਸੀ ਕੱਢੀ ਦੇਖਦਿਆਂ ਹੋਇਆਂ ਅੱਜ ਦੇ ਹਾਲਾਤ, ਉਹਦੇ ਹਿਸਾਬ ਨਾਲ ਉਹ ਪਾਲਿਸੀ ਇੱਕ ਸ਼ਾਰਟ ਟਰਮ ਪਾਲਿਸੀ ਹੁੰਦੀ ਹੈਗੀ ਹੈ। ਸੋ ਹੁਣ ਇੱਕ ਪਬਲਿਕ ਪਾਲਿਸੀ ਗਵਰਨਮੈਂਟ ਵੱਲੋਂ ਆਈ ਹੋਈ ਹੈ, ਰਾਈਟ। ਕੀ ਪਾਲਿਸੀ ਹੈ, ਉਹ ਪਾਲਿਸੀ ਕਿਉਂ ਆਈ ਹੈ, ਉਹ ਵੀ ਤੁਹਾਨੂੰ ਦੱਸਣਾ। ਉਹ ਪਾਲਿਸੀ ਜਿਹੜੀ ਹੈਗੀ ਹੈ ਉਹਨੇ ਕੀ ਕਰਨਾ ਹੈ, ਉਹ ਵੀ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਨੇ ਆ। ਸੋ what is the public policy related to work permit? ਸੋ ਗਵਰਨਮੈਂਟ ਦੀ ਇਹ ਪਬਲਿਕ ਪਾਲਿਸੀ ਹੈ ਔਰ ਇਹ ਜਿਹੜੀ ਹੈ ਪਬਲਿਕ ਪਾਲਿਸੀ ਮੈਂ ਗਵਰਨਮੈਂਟ ਦੀ ਵੈਬਸਾਈਟ ਤੋਂ, ਕੈਨੇਡਾ ਗਵਰਨਮੈਂਟ ਦੀ ਵੈਬਸਾਈਟ ਤੋਂ ਹੈਗੀ ਹੈ, ਮੈਂ ਲਿੰਕ ਤੁਹਾਡੇ ਨਾਲ ਸ਼ੇਅਰ ਕਰ ਦਿਆਂਗਾ, ਤੁਸੀਂ ਖੁਦ ਵੀ ਪੜ੍ਹ ਸਕਦੇ ਹੋ। ਸੋ ਇਹ ਕੋਈ ਇਲੀਗਲ ਕੰਮ ਨਹੀਂ, ਬਕਾਇਦਾ ਗਵਰਨਮੈਂਟ ਦੀ ਪਾਲਿਸੀ ਹੈ। ਲੇਕਿਨ ਇਹ ਯਾਦ ਰੱਖੋ ਇਹ ਇੱਕ ਸ਼ਾਰਟ ਟਾਈਮ ਵਾਸਤੇ ਹੈ, ਹਮੇਸ਼ਾ ਨਹੀਂ ਹੈ। ਇਹ ਟਾਈਮ ਕਦ ਤੱਕ ਹੈਗਾ? ਟਾਈਮ ਹੈਗਾ ਜੀ ਫਰਵਰੀ 28 2023। ਸੋ ਪਹਿਲੇ ਇਹ ਸੀ ਫਰਵਰੀ 28 2022। ਸੋ ਹੋਇਆ ਕੀ ਹੈ ਕਿ ਇਹ ਐਕਸਟੈਂਡ ਕਰ ਦਿੱਤੀ ਗਈ ਹੈ, 1 ਸਾਲ ਹੋਰ ਐਕਸਟੈਂਡ ਕਰ ਦਿੱਤੀ ਗਈ ਹੈ। ਪਹਿਲੇ ਫਰਵਰੀ 28 2022 ਤੱਕ ਸੀ, ਹੁਣ ਫਰਵਰੀ 28 2023 ਤੱਕ ਹੋ ਗਈ ਹੈ। ਸੋ ਹਮੇਸ਼ਾ ਨਹੀਂ ਰਹਿਣੀ। ਓਕੇ, ਸੋ ਅੱਗੇ ਚੱਲਦੇ ਹਾਂ। ਇਹੀ ਸਾਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਈਜ਼ੀ ਵੇ 'ਚ ਇੱਥੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਨਫੋਰਮੇਸ਼ਨ ਕੀ ਹੈ। ਸੋ ਪਾਲਿਸੀ ਆਈ ਕਿਉਂ? ਪਾਲਿਸੀ ਆਈ ਜੀ ਸਿੰਪਲੀ ਬਿਕੋਜ਼ ਆਫ ਕੋਵਿਡ ਦੀ ਵਜ੍ਹਾ ਨਾਲ ਇਹ ਪਾਲਿਸੀ ਆਈ ਹੈ, ਰਾਈਟ। ਪਬਲਿਕ ਪਾਲਿਸੀ ਆਈ ਕਦ? ਇਹ ਪਾਲਿਸੀ ਆਈ ਹੈ ਜੀ ਅਗਸਤ 24 2020 ਤੱਕ ਤੋਂ ਆਈ ਸੀ, ਔਰ ਇਹ ਪਹਿਲੇ ਸੀ 2021 ਤੱਕ ਤੇ ਹੁਣ 2022 ਤੱਕ, ਤੇ ਹੁਣ ਹੋ ਗਈ 2023 ਤੱਕ। ਸੋ 2022 ਤੱਕ ਸੀ, ਲੇਕਿਨ ਹੁਣ 2023 ਤੱਕ ਹੋ ਗਈ ਹੈ। ਅਗਸਤ 24 ਨੂੰ ਇਹ ਓਰੀਜਨਲੀ ਪਾਲਿਸੀ ਲਿਆਈ ਗਈ ਸੀ, ਅਗਸਤ 24 2020 ਨੂੰ। ਅੱਛਾ, ਤੇ ਹੁਣ ਕੌਣ ਕੀ ਹੋ ਸਕਦਾ ਹੈ? ਵਿਜ਼ਟਰਸ ਕੈਨ ਅਪਲਾਈ ਫॉर ਵਰਕ ਪਰਮਿਟ ਐਸ ਪਾਲਿਸੀ ਦੇ ਅੰਡਰ। ਸੋ ਵਰਕ ਪਰਮਿਟ ਵਿਲ ਬੀ ਇੰਪਲੋਇਰ ਸਪੈਸੀਫਿਕ, ਯਾਨੀ ਕਿ ਮੈਂ ਇੰਪਲੋਇਰ ਹਾਂ, ਮੇਰੇ ਵਾਸਤੇ ਤੁਸੀਂ ਕੰਮ ਕਰੋਗੇ, ਇੰਪਲੋਇਰ ਸਪੈਸੀਫਿਕ। ਸੋ ਇੰਪਲੋਇਰ ਸਪੈਸੀਫਿਕ ਵਰਕ ਪਰਮਿਟ ਹੋਏਗਾ ਤੇ ਕੀ ਹੋਏਗਾ? ਉਹ ਫਿਰ ਸਪੋਰਟ ਕਿਹਦੇ ਨਾਲ ਹੋਏਗਾ? LMI ਨਾਲ। ਮੈਂ LMI ਕੀ ਹੈ ਮੈਂ ਤੁਹਾਨੂੰ ਕੰਪਲੀਟਲੀ ਦੱਸਣ ਦੀ ਕੋਸ਼ਿਸ਼ ਕਰਾਂਗਾ। ਸੋ ਪਹਿਲੇ ਇਹਦੀ ਗੱਲ ਕਰ ਲਈਏ ਕਿ LMI ਦੀ ਨਾਲ ਸਪੋਰਟਡ ਹੈਗਾ, ਰਾਈਟ। ਅੱਗੇ ਚੱਲ ਕੇ ਮੈਂ ਤੁਹਾਨੂੰ LMI ਦੀ ਕੰਪਲੀਟ ਇਨਫੋਰਮੇਸ਼ਨ ਵੀ ਦੇ ਰਿਹਾ। ਸੋ ਅਪਲਾਈ ਫਰੋਮ ਇਨਸਾਈਡ ਕੈਨੇਡਾ, ਇਹ ਬੜਾ ਇੰਪੋਰਟੈਂਟ ਹੈ। ਕਿਉਂ ਇੰਪੋਰਟੈਂਟ ਹੈ ਉਹ ਵੀ ਤੁਹਾਨੂੰ ਅੱਗੇ ਦੱਸਾਂਗਾ, ਬਟ ਤੁਸੀਂ ਕੈਨੇਡਾ ਦੇ ਵਿੱਚੋਂ ਹੀ ਅਪਲਾਈ ਕਰਨਾ ਹੈ, ਰਾਈਟ। ਸੋ ਡੂ ਨਾਟ ਨੀਡ ਟੂ ਡੂ ਐਨੀ ਕਾਈਂਡ ਆਫ ਫਲੈਗ ਪੋਲਿੰਗ। ਸੋ ਫਲੈਗ ਪੋਲਿੰਗ ਕੀ ਹੈ ਮੈਂ ਉਹ ਵੀ ਤੁਹਾਨੂੰ ਐਕਸਪਲੇਨ ਕਰਾਂਗਾ, ਬਟ ਤੁਹਾਨੂੰ ਫਲੈਗ ਪੋਲਿੰਗ ਕਰਨ ਦੀ ਲੋੜ ਨਹੀਂ ਹੈ। ਇਸ ਦੇ ਇਲਾਵਾ ਪਬਲਿਕ ਪਾਲਿਸੀ ਕਦ ਤੱਕ ਐਕਸਟੈਂਡ ਕੀਤੀ ਗਈ ਹੈ? ਪਬਲਿਕ ਪਾਲਿਸੀ ਐਕਸਟੈਂਡ ਕੀਤੀ ਗਈ ਹੈ ਫਰਵਰੀ 28 2023 ਤੱਕ, ਜਿਸ ਤਰ੍ਹਾਂ ਕਿ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਾ ਹਾਂ, ਫਰਵਰੀ 28 2023 ਤੱਕ। ਯਾਨੀ ਕਿ ਤੁਸੀਂ ਜੋ ਕੁਝ ਵੀ ਕਰਨਾ ਉਸ ਤੋਂ ਪਹਿਲਾਂ ਕਰਨਾ ਹੈ। ਜੇ ਤੁਸੀਂ ਵਰਕ ਪਰਮਿਟ ਲੈਣਾ ਚਾਹੁੰਦੇ ਹੋ ਔਰ ਵਿਜ਼ਟਰ ਵੀਜ਼ਾ ਤੇ ਹੈਗੇ ਹੋ ਕੈਨੇਡਾ ਦੇ ਵਿੱਚ, ਤੇ ਤੁਸੀਂ 2023 ਤੋਂ ਪਹਿਲਾਂ ਇਹ ਕੰਮ ਕਰ ਸਕਦੇ ਹੋ। ਉਸ ਤੋਂ ਬਾਅਦ ਕਿਉਂਕਿ ਹੁਣ ਆਲਰੇਡੀ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਖਤਮ ਹੋ ਰਹੀਆਂ ਨੇ, ਇਹ ਪਾਲਿਸੀ ਬੰਦ ਹੋ ਜਾਏਗੀ ਫॉर श्योर। ਹੁਣ ਅੱਗੇ ਚੱਲਦੇ ਹਾਂ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਇੰਪਲੋਇਰ ਸਪੈਸੀਫਿਕ ਵਰਕ ਪਰਮਿਟ ਹੈਗਾ, ਇੰਪਲੋਇਰ ਸਪੈਸੀਫਿਕ ਜਿਹੜਾ ਤੁਸੀਂ ਲੈਣਾ ਹੈਗਾ, ਉਹਦਾ LMI ਦੇ ਨਾਲ ਸਪੋਰਟਡ ਹੋਣਾ ਚਾਹੀਦਾ ਹੈ। ਹੁਣ ਇਹਦੇ ਬਾਰੇ 'ਚ ਐਕਸਟ੍ਰੀਮ ਕਨਫਿਊਜ਼ਨ ਹੈ, ਇੰਪਲੋਇਰਸ ਨੂੰ ਵੀ ਕਨਫਿਊਜ਼ਨ ਹੈ, ਲੋਕਾਂ ਨੂੰ ਵੀ ਕਨਫਿਊਜ਼ਨ ਹੈ। ਹਰ ਜਗ੍ਹਾ ਤੇ ਅਲੱਗ-ਅਲੱਗ
ਸਕੈਟਰਡ ਇਨਫੋਰਮੇਸ਼ਨ ਮਿਸ ਇਨਫੋਰਮੇਸ਼ਨ ਸਭ ਕੁਝ ਹੈਗਾ। मैं कोशिश करांगा कि LMIA ਤੇ ਪੂਰਾ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂ, ਲੇਕਿਨ ਹਜੇ ਫॉर श्योर ਜਿਹੜਾ ਛੋਟੇ ਦੇ ਵਿੱਚ ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਇੱਕ ਬੇਸਿਕ LMIA ਦੀ ਇਨਫੋਰਮੇਸ਼ਨ ਦੇਣਾ ਚਾਹੁੰਦਾ ਹਾਂ। ਸੋ LMIA ਹੈ ਕੀ? ਸੋ LMIA ਬੇਸਿਕਲੀ ਐਕਰੋਨਿਮ ਹੈ। ਐਕਰੋਨਿਮ ਹੁੰਦਾ ਹੈ ਕਿ ਤੁਸੀਂ ਹਰ ਵਰਡ ਦਾ ਪਹਿਲਾ ਲੈਟਰ ਲੈ ਲਿੱਤਾ ਤੇ ਸ਼ਾਰਟ ਦੇ ਵਿੱਚ, ਜਿਵੇਂ ਅਸੀਂ ਐਸ ਸੂਨ ਐਸ ਪੋਸੀਬਲ ਨੂੰ ਅਸੀਂ ASAP ਕਹਿੰਦੇ ਹਾਂ, ਤੇ ਉਹ ਐਕਰੋਨਿਮ ਹੈ। ਹਰ ਇੱਕ ਦਾ ਪਹਿਲਾ ਲੈਟਰ ਲੈ ਲਿੱਤਾ तो वो ASAP बन जाता है। इसी तरह ही LMIA एक एक्रोनिम है। किदा एक्रोनिम है? एक्रोनिम हैगा लेबर मार्केट इंपैक्ट असैसमेंट। हर एक दा पहला एक लैटर ले लिता गया है लेबर मार्केट इंपैक्ट असैसमेंट। सो LMIA कौन अप्लाई करेगा? तुसी करोगे? नहीं, इंप्लॉयर करेगा। केड़ा इंप्लॉयर? कैनेडियन इंप्लॉयर करेगा। LMIA जिहड़ा है कैनेडियन इंप्लॉयर करता है हमेशा, तुसी नहीं अप्लाई करते, राइट? सो LMIA मीनस इंप्लॉयर के कोल हुंदा की है? इंप्लॉयर कोल हैगी है जॉब, ਉਹਦੇ ਕੋਲ ਇੱਕ ਵੈਕੈਂਸੀ ਹੈ, ਇੱਕ ਜੌਬ ਹੈ, ਰਾਈਟ? ਉਹਦੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇੱਕ ਜੌਬ ਅਵੇਲੇਬਲ ਹੈ। ਉਹ ਬੜੀ ਕੋਸ਼ਿਸ਼ ਕਰ ਰਿਹਾ ਹੈ ਕਿ ਮੈਨੂੰ ਕੈਨੇਡਾ ਤੋਂ ਬੰਦਾ ਮਿਲ ਜਾਏ, ਕੈਨੇਡੀਅਨ ਸਿਟੀਜ਼ਨ ਮਿਲ ਜਾਏ, ਕੈਨੇਡਾ ਦਾ PR ਮਿਲ ਜਾਏ, ਲੇਕਿਨ ਉਹਨੂੰ ਨਹੀਂ ਮਿਲ ਰਿਹਾ। ਸੋ ਹੁਣ ਉਹਦਾ ਬਿਜ਼ਨਸ ਸਫਰ ਕਰ ਰਿਹਾ ਹੈ ਕਿਉਂਕਿ ਉਹਦੇ ਕੋਲ ਜੌਬ ਹੈ, ਇੱਕ अपॉर्चुनिटी है, लेकिन वो फिल नहीं कर सकता। सो वो की करेगा टू फिल दैट अपॉर्चुनिटी? वो कहता जी ठीक है कोई गल नहीं, ये नहीं मिल रहा तो जिवें असीं कहने अज रोटी नहीं मिल रही तो अज पिज़्ज़ा खा लांगे, वो वाली गल है। हुण वो कहते जी कैनेडियन सिटीजन नहीं मिल रहा या फिर सानू PR कार्ड होल्डर नहीं मिल रहा, कोई गल नहीं फॉरन नैशनल लियाओ, लेकिन वो वास्ते एक प्रोसैस है। की प्रोसैस है? सो वो प्रोसैस जिहड़ा हैगा ਉਹਦੇ ਵਿੱਚ ਕੀ ਕਰਦੇ ਆ ਬਈ ਤੁਸੀਂ ਫੋਰਨ ਨੈਸ਼ਨਲ ਨੂੰ ਫਿਲ ਕਰੇਗਾ ਜੌਬ। ਫੋਰਨ ਨੈਸ਼ਨਲ ਕਿਸ ਤਰ੍ਹਾਂ ਫਿਲ ਕਰੇਗਾ? ਉਹਦੇ ਵਾਸਤੇ ਇੰਪਲੋਇਰ ਨੂੰ ਕੀ ਕਰਨਾ ਪਏਗਾ? ESDC। ਹੁਣ ESDC ਵੀ ਇੱਕ ਐਕਰੋਨਿਮ ਹੈ, ਉਹਦਾ ਮਤਲਬ ਹੈ ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕਾਰਪੋਰੇਸ਼ਨ। ਸੋ ਇਹ ਇੱਕ ਆਰਗੇਨਾਈਜੇਸ਼ਨ ਹੈ, ਗਵਰਨਮੈਂਟ ਦੀ ਆਰਗੇਨਾਈਜੇਸ਼ਨ ਹੈ। ਸੋ ਇਹ ਕੀ ਕਰਦੀ ਹੈ ਜੀ? ਇਹ ਇਸ਼ੂ ਕਰਦੀ ਹੈ, ਕੀ ਇਸ਼ੂ ਕਰਦੀ ਹੈ? ਇਹ ਇਸ਼ੂ ਕਰਦੀ ਹੈ LMIA। ਹੁਣ ਇਹ ਕਿਸ ਤਰ੍ਹਾਂ ਇਸ਼ੂ ਕਰਦੀ ਹੈ LMIA? ਇਹ ਇਸ਼ੂ ਕਰਦੀ ਹੈ ਕਿ ਇਹ ਚੈੱਕ ਕਰਦੀ ਹੈ, ਇੰਪਲੋਇਰ ਨੇ LMIA ਦੀ ਰਿਕੁਐਸਟ ਪਾਈ, ਇਹ ਚੈੱਕ ਕਰੇਗੀ ਕਿ ਉਹਦਾ ਇੰਪੈਕਟ ਕੀ ਹੈ, ਕਿ ਕੈਨੇਡੀਅਨ ਹੁਣ ਇਹੋ ਵਰਡ ਹੈਗੇ ਨੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਤੋਂ ਅਸੈਸ ਕਰਦੇ ਨੇ, ਇੰਪੈਕਟ ਉਹਦਾ ਦੇਖਦੇ ਨੇ ਕਿ ਕਿਤੇ ਇਹਦੀ ਵਜ੍ਹਾ ਨਾਲ ਐਸਾ ਤਾਂ ਨਹੀਂ ਹੈਗਾ ਕਿ ਕੈਨੇਡਾ ਦੇ ਲੋਕਾਂ ਦੀ PR ਦੀ ਜਾਂ ਕਿਸੇ ਸਿਟੀਜ਼ਨ ਦੀ ਜੌਬ ਜਿਹੜੀ ਉਹਨਾਂ ਨੂੰ ਮਿਲਣੀ ਚਾਹੀਦੀ ਸੀ ਉਹ ਚਲੀ ਗਈ ਹੈ ਤੇ ਉਹ ਫੋਰਨ ਨੈਸ਼ਨਲ ਨੂੰ ਦਿੱਤੀ ਜਾ ਰਹੀ ਹੈ। ਅਗਰ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਐਸਾ ਨਹੀਂ ਹੈ ਔਰ ਇਹ ਆਥੈਂਟਿਕ ਹੈ ਤੇ ਉਹ ਕੀ ਕਰਦੇ ਨੇ? ਪੋਜ਼ਿਟਿਵ LMIA ਦੇ ਦਿੰਦੇ ਨੇ। ਉਹ ਕਹਿੰਦੇ ਨੇ ਹਾਂ ਠੀਕ ਹੈ, ਇਸ ਬੰਦੇ ਨੂੰ ਲੋੜ ਹੈ, ਇਹਨੇ ਬੜੀ ਕੋਸ਼ਿਸ਼ ਕੀਤੀ ਹੈ, ਇਹਨੂੰ ਬੰਦਾ ਨਹੀਂ ਮਿਲ ਰਿਹਾ, ਜਿਸ ਤਰ੍ਹਾਂ ਦੀ ਸਕਿੱਲਸ ਵਾਲਾ ਬੰਦਾ ਚਾਹੀਦਾ ਸੀ ਇਹਨੂੰ ਬੰਦਾ ਨਹੀਂ ਮਿਲ ਰਿਹਾ। ਫੋਰ ਐਗਜ਼ਾਮਪਲ ਹੁਣ ਮੰਨ ਲਓ ਕਿਸੇ ਨੂੰ ਇੰਡੀਅਨ ਤੰਦੂਰੀ ਕੁੱਕ ਚਾਹੀਦਾ, ਹੁਣ ਨਹੀਂ ਬੰਦਾ ਮਿਲਦਾ ਤੰਦੂਰੀ ਕੁੱਕ, ਨਹੀਂ ਆਉਂਦਾ ਇੱਥੇ ਲੋਕਾਂ ਨੂੰ ਤੰਦੂਰੀ ਕੁੱਕ ਦਾ ਕੰਮ, ਕੀ ਕਰਨ? ਕਹਿੰਦੇ ਠੀਕ ਹੈ ਫਿਰ ਮੰਗਾਓ, ਜਿਹੜੀ ਵੀ ਕੰਟਰੀ ਤੋਂ ਮੰਗਾਉਣਾ ਮੰਗਾਓ, ਜੇ ਇੰਡੀਅਨ ਤੰਦੂਰੀ ਕੁੱਕ ਹੈ ਇੰਡੀਆ ਤੋਂ ਮੰਗਾਓ। ਤੇ ਕਿਸ ਤਰ੍ਹਾਂ ਮੰਗਾਉਣਾ ਹੈਗਾ? ਉਹ ਫਿਰ ਪੋਜ਼ਿਟਿਵ LMIA ਆ ਜਾਂਦਾ ਹੈ। ਸੋ ਪੋਜ਼ਿਟਿਵ LMIA ਇੱਕ ਵਾਰੀ ਆ ਗਿਆ, ਇੰਪੈਕਟ ਅਸੈਸਮੈਂਟ ਹੋ ਗਈ ਤੇ ਫੋਰਨ ਨੈਸ਼ਨਲ ਤਾਂ ਤੁਸੀਂ ਹਾਇਰ ਕਰ ਸਕਦੇ ਹੋ, ਇੰਪਲੋਇਰ ਹਾਇਰ ਕਰ ਸਕਦਾ ਹੈ। ਔਰ ਪੋਜ਼ਿਟਿਵ LMIA ਤੋਂ ਬਾਅਦ ਬੇਸਡ ਔਨ ਦੈਟ LMIA ਪੋਜ਼ਿਟਿਵ LMIA ਤੁਸੀਂ ਵਰਕ ਪਰਮਿਟ ਅਪਲਾਈ ਕਰ ਦਿੰਦੇ ਹੈਗੇ ਹੋ, ਰਾਈਟ? ਸੋ ਇਹ ਮੋਟੇ ਤੌਰ ਤੇ ਪ੍ਰੋਸੈਸ ਹੈਗਾ। ਸੋ ਹੁਣ ਅਗਲੀ ਗੱਲ ਹੈਗੀ ਏ ਕਿ ਫਲੈਗ ਪੋਲਿੰਗ ਕੀ ਹੈ। ਸੋ ਕੀ ਇਹ ਚੀਜ਼ ਪਹਿਲਾਂ ਨਹੀਂ ਹੁੰਦੀ ਸੀ? ਲੈਟ ਮੀ ਮੇਕ ਇਟ ਕਲੀਅਰ, ਇਹ ਚੀਜ਼ਾਂ ਪਹਿਲੇ ਵੀ ਹੁੰਦੀਆਂ ਸੀ। ਇਹ ਲੋਕ ਵਿਜ਼ਟਰ ਵੀਜ਼ਾ ਤੇ ਆਉਂਦੇ ਸੀ, ਉਹਨਾਂ ਨੂੰ ਲੱਗਦਾ ਸੀ ਨਹੀਂ ਕੈਨੇਡਾ ਬਹੁਤ ਅੱਛਾ ਹੈ, ਜਾਂ ਕਿਸੇ ਨੂੰ ਕੋਈ ਜੌਬ ਮਿਲ ਗਈ ਹੈ, ਉਹਨੇ ਕੋਸ਼ਿਸ਼ ਕੀਤੀ, ਉਹਨੇ ਕਿਸੇ ਪੋਰਟਲ ਦੇ ਉੱਤੇ ਮੇ ਬੀ ਇੰਡੀਡ, ਵਰਕਾਪੋਲਿਸ ਜਾਂ ਜੌਬ ਬੈਂਕ ਤੇ ਕੋਸ਼ਿਸ਼ ਕੀਤੀ, ਸਰਚ ਕੀਤੀ, ਉਹਨੂੰ ਜੌਬ ਮਿਲ ਗਈ, ਇੰਪਲੋਇਰ ਨਾਲ ਉਹਦੀ ਟਿਊਨਿੰਗ ਬੈਠ ਗਈ, ਉਹਨੂੰ ਲੱਗਿਆ ਕਿ ਨਹੀਂ ਜੌਬ, ਇੰਪਲੋਇਰ ਨੂੰ ਲੱਗਿਆ ਬੰਦਾ ਚੰਗਾ ਹੈ, ਬੰਦੇ ਨੂੰ ਲੱਗਿਆ ਕੰਪਨੀ ਚੰਗੀ ਹੈ, ਸੋ ਉਹ ਉੱਥੇ ਜੁਆਇਨ ਕਰਦਾ। ਲੇਕਿਨ ਹੁਣ ਉਹ ਇੰਪਲੋਇਰ ਫਿਰ ਉਹਦੇ ਵਾਸਤੇ, ਇਹ ਪਹਿਲੇ ਵੀ ਹੁੰਦਾ ਸੀ ਤੇ ਹੁਣ ਫਰਕ ਕੀ ਹੋਇਆ? ਇਹ ਕੁਐਸਚਨ ਤੁਸੀਂ ਜ਼ਰੂਰ ਪੁੱਛੋਗੇ ਬਈ ਹੁਣ ਕਿਉਂ ਅਸੀਂ ਗੱਲ ਕਰ ਰਹੇ ਹਾਂ, ਹੁਣ ਕੀ ਫਰਕ ਹੋਇਆ? ਹੁਣ ਫਰਕ ਹੋਇਆ ਕਿ ਤੁਹਾਨੂੰ ਫਲੈਗ ਪੋਲਿੰਗ ਨਹੀਂ ਕਰਨੀ ਪਏਗੀ। ਫਿਰ ਤੁਸੀਂ ਅਗਲਾ ਸਵਾਲ ਪੁੱਛੋਗੇ ਇਹ ਫਲੈਗ ਪੋਲਿੰਗ ਕੀ ਹੈ? ਜੈਨੂਇਨ ਸਵਾਲ ਹੈ ਕਿ ਫਲੈਗ ਪੋਲਿੰਗ ਕੀ ਹੈ।
सो बहुत सारे वर्ड्स ਜਿਹੜੇ ਨੇ ਨਾ ਉਹ ਆਪਣੇ ਆਪ 'ਚ ਉਹਦਾ ਮਤਲਬ ਹੈਗਾ। ਅਗਰ ਅਸੀਂ ਉਹਨੂੰ ਤੋੜ ਕੇ ਦੇਖੀਏ ਤੇ ਉਹਦੇ ਵਿੱਚ ਆਪਣੇ ਆਪ 'ਚ ਉਹਨਾਂ ਦਾ ਮਤਲਬ ਹੈ, ਇਹਦੇ ਵਿੱਚ ਵੀ ਉਹਦਾ ਆਪਣੇ ਆਪ 'ਚ ਮਤਲਬ ਹੈਗਾ। ਫਲੈਗ ਪੋਲਿੰਗ ਮੀਨਸ ਹੈ ਕਿ ਜਿੱਥੇ ਤੁਸੀਂ ਕੀ ਕਰਦੇ ਹੋ, ਫਲੈਗ ਕੈਨੇਡਾ ਦਾ ਬਾਰਡਰ ਹੈ, ਉੱਥੇ ਫਲੈਗ ਹੈ, ਰਾਈਟ, ਤੁਸੀਂ ਉੱਥੋਂ ਟਰਨ ਕਰਕੇ ਵਾਪਸ ਕੈਨੇਡਾ ਜਾਣਾ, ਬਸ ਇਹਨੂੰ ਹੀ ਈਜ਼ੀ ਲਫ਼ਜ਼ਾਂ ਦੇ ਵਿੱਚ ਫਲੈਗ ਪੋਲਿੰਗ ਕਹਿੰਦੇ ਨੇ। ਸੋ ਅਸੀਂ ਦੇਖ ਲੈਂਦੇ ਹਾਂ ਫਲੈਗ ਪੋਲਿੰਗ ਮੀਨਸ ਜਿਹੜਾ ਫੋਰਨ ਨੈਸ਼ਨਲ ਹੈ ਉਹ ਕੈਨੇਡਾ ਦੇ ਵਿੱਚ ਆਲਰੇਡੀ ਐਗਜ਼ਿਸਟ ਹੈਗਾ, ਕੈਨੇਡਾ ਦੇ ਵਿੱਚ ਹੈਗਾ, ਉਹ ਕੈਨੇਡਾ ਨੂੰ ਲੀਵ ਕਰਦਾ, ਰਿਟਰਨ ਕਰਦਾ ਵਿਦਆਊਟ ਕ੍ਰੋਸਿੰਗ ਇਨਟੂ ਯੂਐਸ, ਠੀਕ ਹੈ। ਉਹ ਤੁਸੀਂ ਚਾਹੇ ਲੈਂਡ ਬਾਰਡਰ ਤੇ, ਮੋਸਟਲੀ ਲੈਂਡ ਬਾਰਡਰ ਦੇ ਥਰੂ ਹੁੰਦੀ ਹੈਗੀ ਹੈ, ਤਾਂ ਤੁਸੀਂ ਚਲੇ ਗਏ ਲੈਂਡ ਬਾਰਡਰ ਤੇ ਜਿੱਥੇ, ਕਿਉਂਕਿ ਕੈਨੇਡਾ ਦਾ ਲੈਂਡ ਬਾਰਡਰ ਅਮਰੀਕਾ ਯੂਐਸ ਨਾਲ ਬਹੁਤ ਜਗ੍ਹਾ ਤੇ ਮਿਲਦਾ ਹੈ, ਤਾਂ ਉੱਥੇ ਚਲੇ ਗਏ, ਚਾਹੇ ਮਿਸ਼ੀਗਨ ਦੇ ਬਾਰਡਰ ਤੇ ਚਲੇ ਗਏ, ਚਾਹੇ ਨਿਆਗਰਾ ਫਾਲ ਦੇ ਬਾਰਡਰ ਤੇ ਚਲੇ ਗਏ, ਚਾਹੇ ਕਿਸੇ ਹੋਰ ਦੇ, ਚਾਹੇ ਮੇਬੀ ਉਧਰੋਂ ਸਰੀ BC ਵਾਲੇ ਪਾਸੇ ਬਾਰਡਰ ਤੇ ਚਲੇ ਗਏ, ਕਿਸੇ ਵੀ ਪਾਸਿਓਂ ਤੁਸੀਂ ਬਾਰਡਰ ਤੇ ਚਲੇ ਗਏ। ਤੁਸੀਂ ਬਾਰਡਰ ਤੇ ਜਾ ਕੇ ਕੀ ਕੀਤਾ ਕਿ ਤੁਹਾਡੇ ਕੋਲ US ਵੀਜ਼ਾ ਨਹੀਂ ਹੈ, ਰਾਈਟ, ਤੁਸੀਂ US ਜਾਣਾ ਵੀ ਨਹੀਂ ਹੈ, ਤੁਸੀਂ ਕੀ ਕਰਨਾ ਹੈ, ਤੁਸੀਂ ਉੱਥੇ ਜਾ ਕੇ ਕਹਿਣਾ ਹੈ, ਆਫਿਸਰ ਨੂੰ ਕਹਿਣਾ ਹੈ, ਕਿਹਨੂੰ, ਕਿਹੜਾ ਆਫਿਸਰ, CBSA ਆਫਿਸਰ, ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ ਵਾਲੇ ਜਿਹੜੇ ਆਫਿਸਰ ਨੇ, ਉਹਨਾਂ ਨੂੰ ਜਾ ਕੇ ਕਹਿਣਾ ਹੈ ਕਿ ਦੇਖੋ ਮੈਂ ਫਲੈਗ ਪੋਲਿੰਗ ਕਰਨ ਆਇਆ ਹਾਂ। ਉਹ ਕਹਿੰਦੇ ਠੀਕ ਹੈ ਭਾਈ, ਤੁਸੀਂ ਕੈਨੇਡਾ ਤੋਂ ਐਗਜ਼ਿਟ ਕੀਤਾ, US ਕੋਈ ਨਹੀਂ ਗਏ, ਰਾਈਟ, US ਨਹੀਂ ਗਏ, ਬਸ ਤੁਸੀਂ ਉਹਨਾਂ ਦੇ ਆਫਿਸ ਜਾਣਾ ਹੈਗਾ। ਸੋ ਫਲੈਗ ਪੋਲਿੰਗ ਜਿਹੜੀ ਹੈ ਨਾ, ਜਿਹੜੇ CBSA ਆਫਿਸਰ ਨੇ ਉਹ ਇਹਨਾਂ ਤੋਂ ਕਾਫੀ ਦੁਖੀ ਹੋ ਜਾਂਦੇ ਨੇ, ਕਿਉਂਕਿ ਇੱਕ ਤੇ ਮੈਨੂੰ ਨਹੀਂ ਪਤਾ ਕਿੰਨੇ ਲੋਕਾਂ ਨੇ ਟਰਾਈ ਕੀਤਾ, ਬਟ ਮੈਂ ਬਹੁਤ ਵਾਰੀ ਆਉਂਦਾ ਜਾਂਦਾ ਰਿਹਾ ਵਾਂ US ਕੈਨੇਡਾ ਦੇ ਵਿਚਕਾਰ, ਮੈਂ ਬਹੁਤ ਵਾਰੀ ਗੱਡੀ ਡਰਾਈਵ ਕਰਕੇ ਜਾਣਾ, ਕਈ ਵਾਰੀ ਤੇ ਇਹ ਹੁੰਦਾ ਹੈ ਕਿ 4-4 5-5 ਘੰਟਿਆਂ ਦਾ ਜਾਮ ਲੱਗਿਆ ਹੁੰਦਾ ਹੈਗਾ, ਔਰ ਬਾਰਡਰ ਦੇ ਉੱਤੇ ਉਹ ਹਾਲ ਹੁੰਦਾ ਹੈਗਾ ਕਿ ਬਸ ਗੱਡੀ ਬੰਦ ਕਰਕੇ ਹੁਣ ਖੜੇ ਹੋ ਜਾਓ, ਪਤਾ ਨਹੀਂ ਗੱਡੀ ਅੱਗੇ ਚੱਲੇਗੀ ਕਿ ਨਹੀਂ ਚੱਲੇਗੀ, ਇੰਨਾ ਜ਼ਬਰਦਸਤ ਰਸ਼ ਹੁੰਦਾ ਹੈ ਕੈਨੇਡਾ US ਬਾਰਡਰ ਦੇ ਉੱਤੇ। ਸੋ ਇਹ ਸਿਚੁਏਸ਼ਨ ਹੈ ਕਿ ਉਹਨਾਂ ਕੋਲ ਪਹਿਲੇ ਹੀ ਐਕਸੈਸਿਵ ਲੋਡ ਹੈ, ਉਸ ਤੋਂ ਬਾਅਦ ਉਹਨਾਂ ਨੂੰ ਇਹ ਫਲੈਗ ਪੋਲਿੰਗ ਵਾਲਾ ਕੰਮ ਕਰਨਾ ਪੈਂਦਾ ਹੈ, ਤੇ ਉਹ ਕਾਫੀ ਜ਼ਿਆਦਾ ਉਹਨਾਂ ਵਾਸਤੇ ਇੱਕ ਟੌਰਚਰ ਬਣ ਜਾਂਦਾ ਹੈ, ਬਟ ਹੈ ਰੂਲ ਤੇ ਹੈ ਰੂਲ, ਇਸ ਕਰਕੇ ਉਹਨਾਂ ਕਰਨਾ ਪੈਂਦਾ ਹੈ। ਸੋ ਤੁਸੀਂ ਜਾਣਦੇ ਹੋ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ, ਤੁਸੀਂ ਜਾਣਦੇ ਹੋ, ਬਾਰਡਰ ਤੇ ਪਹੁੰਚੇ, ਤੁਸੀਂ ਕਿਹਾ ਜੀ ਮੈਂ ਫਲੈਗ ਪੋਲ ਕਰਨਾ ਹੈ, ਫਲੈਗ ਪੋਲ ਕਰਨ ਵਾਸਤੇ ਆਫਿਸਰ ਕਹੇਗਾ ਠੀਕ ਹੈ ਜੀ, ਤੁਸੀਂ ਆਫਿਸ 'ਚ ਜਾਓ ਤੇ ਸਾਰਾ ਡਾਕੂਮੈਂਟੇਸ਼ਨ ਆਫਿਸ 'ਚ ਜਾ ਕੇ ਦਿਖਾਓ, ਤੇ ਆਫਿਸ 'ਚ ਜਾ ਕੇ ਤੁਸੀਂ ਉਹਨਾਂ ਦੇ CBSA ਦੇ ਆਫਿਸ ਜਾ ਕੇ ਤੁਸੀਂ ਡਾਕੂਮੈਂਟੇਸ਼ਨ ਦਿਖਾਉਂਦੇ ਹੋ। ਜੇ ਉਹਨਾਂ ਨੂੰ ਲੱਗਦਾ ਹੈ, ਇੱਥੇ ਵਰਡ ਜੇ ਹੈਗਾ, ਇਫ, ਅਗਰ ਉਹਨਾਂ ਨੂੰ ਲੱਗਦਾ ਹੈ ਕਿ ਤੁਸੀਂ, ਤੁਹਾਡਾ ਡਾਕੂਮੈਂਟੇਸ਼ਨ ਠੀਕ ਹੈ ਔਰ ਸਭ ਕੁਝ ਠੀਕ ਹੈ, ਤੇ ਤੁਹਾਨੂੰ ਉਹ ਨਵਾਂ ਸਟੇਟਸ ਇਸ਼ੂ ਕਰ ਦਿੰਦੇ ਨੇ, ਜੋ ਕਿ ਕੀ ਹੁੰਦਾ ਹੈ, ਜੋ ਕਿ ਹੁੰਦਾ ਹੈ ਵਰਕ ਪਰਮਿਟ ਦਾ ਸਟੇਟਸ। ਲੇਕਿਨ ਇਹ ਚੀਜ਼ ਪਹਿਲੇ ਵੀ ਹੁੰਦੀ ਸੀ, ਅੱਜ ਵੀ ਹੋ ਰਹੀ ਹੈ, ਲੇਕਿਨ ਹੁਣ ਕੋਵਿਡ ਕਰਕੇ ਰੋਕੀ ਗਈ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇੰਨੀ ਜ਼ਿਆਦਾ ਉੱਥੇ ਭੀੜ ਭੜੱਕਾ ਇਕੱਠਾ ਕੀਤਾ ਜਾਏ। ਸੋ ਟੈਂਪਰੇਰੀ ਪਾਲਿਸੀ, ਪਬਲਿਕ ਪਾਲਿਸੀ ਬਣੀ ਹੈ। ਸੋ ਫਲੈਗ ਪੋਲਿੰਗ ਨੂੰ ਅਵੋਇਡ ਕੀਤਾ ਗਿਆ। ਤੇ ਪਹਿਲੇ ਜਿਹੜੀ ਫਲੈਗ ਪੋਲਿੰਗ ਹੁੰਦੀ ਸੀ ਉਹਦੇ 'ਚ ਬਹੁਤ ਵੱਡਾ ਰਿਸਕ ਸ਼ਾਮਿਲ ਹੁੰਦਾ ਸੀ। ਕਿਉਂ ਰਿਸਕ ਸ਼ਾਮਿਲ ਹੁੰਦਾ ਸੀ? ਹੁਣ ਤੁਸੀਂ ਕੈਨੇਡਾ ਤੋਂ ਤੇ ਐਗਜ਼ਿਟ ਹੋ ਕੇ ਨਿਕਲ ਆਏ ਕੈਨੇਡਾ ਤੋਂ, ਤੇ US ਤੁਸੀਂ ਜਾਣਾ ਨਹੀਂ, ਤੇ ਜੇ ਆਫਿਸਰ ਨੂੰ ਲੱਗਿਆ ਕਿ ਬਈ ਤੁਸੀਂ ਗੜਬੜ ਕਰ ਰਹੇ ਹੋ ਜਾਂ ਤੁਹਾਡੀ ਫਾਈਲ 'ਚ ਕੋਈ ਕਮੀ ਹੈ, ਤੇ ਉਹਨੇ ਕਹਿਣਾ ਓਕੇ ਜੀ ਜਾਓ। ਹੁਣ ਜਾਓ ਕਿੱਥੇ? ਕੈਨੇਡਾ ਤੁਸੀਂ ਜਾ ਨਹੀਂ ਸਕਦੇ, US ਦਾ ਤੁਹਾਡੇ ਕੋਲ ਵੀਜ਼ਾ ਕੋਈ ਨਹੀਂ, ਤੇ ਕਿੱਥੇ ਜਾਓਗੇ? ਘਰ। ਫਿਰ ਤੁਸੀਂ ਘਰ ਜਾਓਗੇ, ਰਾਈਟ? ਸੋ ਇਹ ਸੋਚਣ ਵਾਲੀ ਗੱਲ ਹੈ, ਇੰਨਾ ਵੱਡਾ ਰਿਸਕ ਇਨਵੋਲਵਡ ਹੈ। ਸੋ ਇਹ ਰਿਸਕ ਜਿਹੜਾ ਹੈ, ਕਿਉਂਕਿ ਉਹ ਸਵਾਲ ਤੁਹਾਡੇ ਕੋਲ, ਤੁਸੀਂ ਵੀਜ਼ਾ ਆਫਿਸਰ ਦੇ CBSA ਆਫਿਸਰ ਦੇ ਸਾਹਮਣੇ ਜਾਂਦੇ ਹੋ, ਉਹ ਤੁਹਾਡੇ ਕੋਲ ਸਵਾਲ ਕਰੇਗਾ, ਪੁੱਛੇਗਾ। ਕੀ ਪੁੱਛੇਗਾ? ਪੁੱਛੇਗਾ ਵੀ ਆਇਆ ਤਾਂ ਤੂੰ ਵਿਜ਼ਟਰ ਸੀ, ਹੁਣ ਤੇਰਾ ਅਚਾਨਕ ਦਿਲ ਕਿਸ ਤਰ੍ਹਾਂ ਬਦਲ ਗਿਆ ਤੂੰ ਕੰਮ ਕਰਨਾ? ਤੇ ਹਰ ਬੰਦਾ ਉਹਦਾ ਜਵਾਬ ਨਹੀਂ ਦੇ ਸਕਦਾ ਠੀਕ ਤਰੀਕੇ ਨਾਲ, ਔਰ ਜੇ ਤੁਸੀਂ ਜਵਾਬ ਨਹੀਂ ਦਿੱਤਾ ਠੀਕ ਤਰੀਕੇ ਨਾਲ, ਆਫ ਕੋਰਸ ਸਵਾਲ ਇੰਗਲਿਸ਼ 'ਚ ਹੋਣਗੇ, ਇਹ ਵੀ ਦੱਸ ਦਿਆਂ ਨਾਲ। ਸੋ ਜਦੋਂ ਤੁਸੀਂ ਜਵਾਬ ਨਹੀਂ ਦੇ ਸਕਦੇ ਤੇ ਫਿਰ ਹੋਏਗਾ ਕੀ? ਪੈਕ ਯੂਰ ਬੈਗਸ, ਗੋ ਬੈਕ, ਇਹੀ ਹੋਏਗਾ। ਸੋ ਇਹ ਰਿਸਕ ਹੋ ਗਿਆ ਹੈ ਖਤਮ, ਕਿਉਂਕਿ ਹੁਣ ਤੁਸੀਂ ਨਾ ਤੇ ਫਲੈਗ ਪੋਲਿੰਗ ਕਰਨੀ ਹੈ, ਤੇ ਨਾ ਤੁਸੀਂ CBSA ਆਫਿਸਰ ਦੇ ਸਾਹਮਣੇ ਜਾਣਾ, ਨਾ ਡਾਕੂਮੈਂਟੇਸ਼ਨ ਉਹਨਾਂ ਨੂੰ ਬਾਈ ਹੈਂਡ ਦਿਖਾਣੀ ਹੈ। ਸੋ ਸਭ ਕੁਝ ਬਦਲ ਗਿਆ। ਸੋ ਇਹ ਇੱਕ ਮੌਕਾ ਆਇਆ ਹੈ, ਤੇ ਜੇ ਤੁਸੀਂ ਇਹ ਮੌਕੇ ਤੇ ਚੌਕਾ ਮਾਰਤਾ ਤੇ ਬਸ ਇਹ ਹੁਣ ਮੌਕਾ ਹੈ ਤੁਹਾਡੇ ਹੱਥ 'ਚ। ਸੋ ਪਾਲਿਸੀ ਚੇਂਜ ਹੋਈ ਹੈ, ਰਾਈਟ? ਚੇਂਜ ਪਾਲਿਸੀ ਦੀ ਵਜ੍ਹਾ ਨਾਲ ਯੂ ਆਰ ਨਾਟ ਰਿਕੁਆਇਰਡ ਟੂ ਡੂ ਫਲੈਗ ਪੋਲਿੰਗ। ਫਲੈਗ ਪੋਲਿੰਗ ਨਹੀਂ ਕਰਨੀ ਤੁਹਾਨੂੰ। ਇਹ ਬਹੁਤ ਇੰਪੋਰਟੈਂਟ ਪਾਰਟ ਹੈ। ਨਾ ਹੀ ਤੁਹਾਨੂੰ ਆਫਿਸਰ ਦੇ ਸਾਹਮਣੇ ਜਾਣਾ, ਨਾ ਹੀ ਤੁਹਾਨੂੰ ਫਲੈਗ ਪੋਲਿੰਗ ਕਰਨੀ ਹੈ, ਨਾ ਤੁਹਾਡਾ ਰਿਸਕ ਇਨਵੋਲਵਡ ਹੈ। ਸੋ
लो रिस्क काम है, राइट। सो ये तो गल हुई फ्लैग पोलिंग दी। सो एप्लीकेशन प्रोसेस जो मैं जिस तरह कि तुहानूं दस चुका ऑनलाइन है, राइट। अगर एप्लीकेशन अप्रूव हो जाती है तो तुहानूं वर्क परमिट मिल जाता है, तुहाडे रजिस्टर्ड एड्रैस से तुहाडे कोल वर्क परमिट पहुंच जाता है। सो ये इस तो बाद जिहड़ी गल हैगी है ऑब्जैक्टिव की ने। सो ऑब्जैक्टिव बेसिकली तीन तरह के ऑब्जैक्टिव ने इस पब्लिक पॉलिसी के। परमिट करना फॉरेन नैशनल नूं कि तुसी टैंपरेरी स्टेटस तो तुसी परमानेंट वर्क परमिट के स्टेटस के विच आ जाओ, एक पहला परमिट करना। दूजा एग्जैम्प्ट करना, जिहड़ियां रिक्वायरमेंट ने जिवें मैं तुहानूं दस्सिया फ्लैग पोलिंग की रिक्वायरमेंट है उस तो एग्जैम्प्ट करना। तीजा अलाउ करना कि फॉर्मर टैंपरेरी फॉरन वर्कर कोई हैगा जब तक वह डिसीजन नहीं हुंदा उदों भी अलाउ करना। सो ये 3 फोल्ड स्टेटस है, 3 फोल्ड ऑब्जैक्टिव है जो इस पॉलिसी का हैगा। सो हुण लास्टली बेनिफिट किनू किनू होएगा? बेनिफिट दो तरह के लोगों को होएगा। उन्होंने बेनिफिट होएगा जिहड़े कि कैनेडा दे विच ऑलरेडी हैगे ने, जिन्हां कोल विजिटर वीज़ा है उन्होंने बेनिफिट होएगा, ते उन्होंने बेनिफिट होएगा जिन्हां कोल विजिटर वीज़ा है और जो प्लान कर रहे हैं असीं आईए कैनेडा दे विच। सो दो तरह के लोगों को इस तो बेनिफिट होएगा। इसके अलावा कोई भी सवाल इस चीज़ के रिलेटेड, विजिटर वीज़ा के रिलेटेड या वर्क परमिट के रिलेटेड या किसी भी इमीग्रेशन के मैटर के रिलेटेड या वीज़ा कोई स्टडी परमिट के रिलेटेड कोई भी तुहाडे कोल सवाल जरूर हैगा तो यू कैन कॉन्टैक्ट आवर ऑफिस। साडा ऑफिस ब्रैम्पटन च हैगा और ईमेल आईडी और फोन नंबर्स इत्थे लिस्टेड ने। वंस अगेन जे तुसी चैनल हुण तक सबसक्राइब नहीं किया प्लीज़ चैनल में जरूर सबसक्राइब करो। असीं बहुत मेहनत नाल वीडियो तुहाडे वास्ते लैके आने। सो थैंक यू वंस अगेन, थैंक यू वेरी मच।